Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਸ਼ਲੋਕ। ਰਾਚ ਰਹੇ ਬਨਤਾ ਬਿਨੋਦ, ਕੁਸਮ ਰੰਗ ਬਿਖਸ਼ੋਰ, ਨਾਨਕ ਤਿਹ ਸ਼ਰਨੀ ਪਰੋ, ਬਿਨਸ ਜਾਏ ਮੈਂ ਮੋਰ। ਗੁਰੂ ਜੀ ਸਾਨੂੰ ਸਾਰੇ ਜੀਵਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਅਸੀਂ ਸਾਰੇ ਜੀਵ ਇਸਤਰੀ ਆਦਿਕ ਦੇ ਰੰਗ ਤਮਾਸ਼ਿਆਂ ਦੇ ਵਿੱਚ ਰਚੇ ਰਹਿੰਦੇ ਹਾਂ, ਮਸਤ ਰਹਿੰਦੇ ਹਾਂ। ਪਰ ਜਿਹੜੇ ਇਹ ਰੰਗ ਤਮਾਸ਼ੇ ਨੇ ਇਹ ਕੁਸੰਬੇ ਦੇ ਫੁੱਲ ਵਰਗੇ ਨੇ। ਇਹਨਾਂ ਦਾ ਜੋ ਰੰਗ ਹੈ ਕੁਸੰਬੇ ਦੇ ਫੁੱਲ ਵਰਗਾ ਹੈ, ਜਿਹੜਾ ਚੰਦ ਪਲਾਂ ਦੇ ਵਿੱਚ ਫਿੱਕਾ ਪੈ ਜਾਏਗਾ। ਜਿਸ ਕਿਸੇ ਵੀ ਪ੍ਰਕਾਰ ਦੇ ਰੰਗ ਤਮਾਸ਼ੇ ਅਸੀਂ ਅੱਜ ਮਾਣ ਰਹੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਵੀ ਅਨੁਭਵ ਕਰਦੇ ਹਾਂ, ਜਦ ਉਹ ਅਨੁਭਵ ਪਹਿਲੀ ਵਾਰ ਹੁੰਦਾ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ। ਪਰ ਜਿਵੇਂ ਜਿਵੇਂ ਵਾਰ-ਵਾਰ ਅਸੀਂ ਉਸ ਅਨੁਭਵ ਨੂੰ ਕਰਦੇ ਜਾਂਦੇ ਹਾਂ, ਉਹਦਾ ਜੋ ਰੰਗ ਹੈ ਉਹ ਫਿੱਕਾ ਪੈਂਦਾ ਜਾਂਦਾ ਹੈ। ਉਹ ਸਦਾ ਉਹੋ ਜਿਹਾ ਨਹੀਂ ਰਹਿੰਦਾ। ਤੁਸੀਂ ਸਭਨਾਂ ਨੇ ਵੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਪ੍ਰਕਾਰ ਦੇ ਅਨੁਭਵ ਕੀਤੇ ਹੋਣਗੇ। ਆਪਣੀ ਆਪਣੀ ਜ਼ਿੰਦਗੀ ਦੇ ਉੱਪਰ ਝਾਤ ਮਾਰ ਕੇ ਵੇਖਿਓ ਕਿ ਜਦ ਉਹ ਅਨੁਭਵ ਪਹਿਲੀ ਵਾਰ ਕੀਤਾ ਸੀ ਉਦੋਂ ਕਿਸ ਪ੍ਰਕਾਰ ਦਾ ਲੱਗਿਆ ਸੀ, ਤੇ ਅੱਜ ਵਾਰ-ਵਾਰ ਉਸੇ ਅਨੁਭਵ ਨੂੰ ਕਰ ਰਹੇ ਹਾਂ ਤਾਂ ਕਿਸ ਪ੍ਰਕਾਰ ਦਾ ਲੱਗਦਾ ਹੈ ਕਿ ਅੱਜ ਵੀ ਓਨਾ ਹੀ ਚਾਅ ਹੁੰਦਾ ਹੈ ਜਿੰਨਾ ਪਹਿਲੀ ਵਾਰ ਹੋਇਆ ਸੀ। ਤਾਂ ਤੁਹਾਨੂੰ ਇਸ ਪੰਕਤੀ ਦੇ ਜੋ ਅਰਥ ਹਨ ਆਪਣੇ ਆਪ ਹੀ ਸਮਝ ਆ ਜਾਣਗੇ। ਰਾਚ ਰਹੇ ਬਨਤਾ ਬਿਨੋਦ, ਕੁਸਮ ਰੰਗ ਬਿਖਸ਼ੋਰ, ਨਾਨਕ ਤਿਹ ਸ਼ਰਨੀ ਪਰੋ, ਬਿਨਸ ਜਾਏ ਮੈਂ ਮੋਰ। ਗੁਰੂ ਜੀ ਕਹਿੰਦੇ ਕਿ ਮੈਂ ਤਾਂ ਉਸ ਪਰਮਾਤਮਾ ਦੀ ਸ਼ਰਨ ਪੈਂਦਾ ਹਾਂ ਜਿਹਦੀ ਮਿਹਰ ਦੇ ਨਾਲ ਕਿ ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ, ਬਿਨਸ ਜਾਂਦੀ ਹੈ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਹਉਮੈ ਬਿਨਸ ਜਾਏ ਉਹ ਤੇ ਚਲੋ ਠੀਕ ਹੈ, ਪਰ ਮਮਤਾ ਦਾ ਬਿਨਸ ਜਾਣਾ ਇਹ ਕਿਸ ਪ੍ਰਕਾਰ ਸਹੀ ਹੋ ਸਕਦਾ ਹੈ? ਤਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਜੋ ਬਾਣੀ ਹੈ, ਗੁਰਬਾਣੀ ਦਾ ਪ੍ਰਮੁੱਖ ਮਕਸਦ ਹੈ ਸਾਡੇ ਮਨ ਨੂੰ ਇਸ ਪ੍ਰਕਾਰ ਦਾ ਬਣਾਉਣਾ, ਉਸ ਅਡੋਲਤਾ ਵਾਲੀ ਸਥਿਤੀ 'ਤੇ ਲੈ ਕੇ ਜਾਣਾ ਜਿੱਥੇ ਸਾਡੇ ਜੀਵਨ ਦੇ ਵਿੱਚ ਕੁਝ ਵੀ ਹੋ ਜਾਏ ਅਸੀਂ ਉਸ ਸਥਿਤੀ ਤੋਂ ਡੋਲੀਏ ਨਾ। ਜਦ ਤੱਕ ਤੁਹਾਡੇ ਅੰਦਰ ਮਮਤਾ ਹੈ, ਮੋਹ ਹੈ। ਹੁਣ ਇੱਥੇ ਮਮਤਾ ਤੋਂ ਭਾਵ ਸਿਰਫ ਮਾਂ ਦਾ ਆਪਣੇ ਬੱਚਿਆਂ ਦੇ ਲਈ ਪ੍ਰੇਮ ਨਹੀਂ ਹੈ। ਮਮਤਾ ਤੋਂ ਭਾਵ ਮੋਹ ਜਿਹੜਾ ਸਾਡੇ ਸਭਨਾਂ ਦੇ ਵਿੱਚ ਹੁੰਦਾ ਹੈ। ਅਸੀਂ ਆਪਣੇ ਰਿਸ਼ਤਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਸਭ ਨੂੰ ਪਿਆਰ ਕਰਦੇ ਹਾਂ। ਸਾਡੇ ਵਿੱਚ ਇੱਕ ਉਹ ਪਿਆਰ ਦਾ, ਮੋਹ ਦਾ ਬੰਧਨ ਹੁੰਦਾ ਹੈ ਜਿਹੜਾ ਸਾਡੇ ਰਿਸ਼ਤਿਆਂ ਨੂੰ ਬੰਨ੍ਹ ਕੇ ਰੱਖਦਾ ਹੈ। ਪਰ ਉਹੀ ਬੰਧਨ ਸਾਡੇ ਮਾਨਸਿਕ ਸਥਿਤੀ ਦੇ ਲਈ ਬੁਰਾ ਸਾਬਿਤ ਹੋ ਜਾਂਦਾ ਹੈ ਜਦੋਂ ਕੋਈ ਰਿਸ਼ਤਾ ਸਾਡੇ ਤੋਂ ਖੁੱਸਣ ਲੱਗਦਾ ਹੈ। ਬੇਸ਼ੱਕ ਉਹ ਸਰੀਰਕ ਤੌਰ 'ਤੇ ਸਾਡਾ ਕੋਈ ਸਕਾ ਸੰਬੰਧੀ ਸਾਨੂੰ ਵਿਛੋੜਾ ਦੇ ਚੱਲਿਆ ਹੋਵੇ, ਜਾਂ ਸਰੀਰਕ ਤੌਰ 'ਤੇ ਮੌਜੂਦ ਹੁੰਦੇ ਹੋਏ ਵੀ ਸਾਡੇ ਤੋਂ ਕਿਸੇ ਕਾਰਨ ਕਰਕੇ ਦੂਰ ਹੋ ਰਿਹਾ ਹੋਵੇ। ਅਜਿਹੀ ਸਥਿਤੀ ਦੇ ਵਿੱਚ ਉਹ ਮੋਹ ਦਾ ਬੰਧਨ ਹੀ ਹੁੰਦਾ ਹੈ, ਉਹ ਮਮਤਾ ਹੁੰਦੀ ਹੈ ਜਿਹੜੀ ਸਾਡੇ ਮਨ ਨੂੰ ਉਸ ਅਡੋਲਤਾ ਵਾਲੀ ਸਥਿਤੀ ਤੋਂ ਖਿਸਕਾ ਦਿੰਦੀ ਹੈ। ਤੇ ਬਾਣੀ ਦਾ ਪ੍ਰਮੁੱਖ ਮਕਸਦ ਹੈ ਸਾਨੂੰ ਉਸ ਅਡੋਲਤਾ ਵਾਲੀ ਸਥਿਤੀ 'ਤੇ ਬਣਾਈ ਰੱਖਣਾ। ਇਸ ਕਰਕੇ ਮਮਤਾ ਦਾ ਬਿਨਸ ਜਾਣਾ ਵੀ ਜ਼ਰੂਰੀ ਹੈ। ਹੁਣ ਸਵਾਲ ਇਹ ਵੀ ਉੱਠ ਸਕਦਾ ਹੈ ਕਿ ਜੇਕਰ ਉਹ ਮੋਹ ਦਾ ਤੰਦ ਰਿਸ਼ਤਿਆਂ ਦੇ ਵਿੱਚੋਂ
ਖਤਮ ਹੋ ਗਿਆ ਤਾਂ ਫਿਰ ਰਿਸ਼ਤੇ ਹੀ ਨਹੀਂ ਰਹਿਣੇ, ਫਿਰ ਅਸੀਂ ਇੱਕ ਦੂਜੇ ਨਾਲ ਜੁੜ ਕੇ ਕਿਵੇਂ ਰਹਾਂਗੇ। ਇਹੀ ਇੱਕ ਬਹੁਤ ਬਰੀਕ ਜਿਹਾ ਅੰਤਰ ਹੈ, ਬੜਾ ਹੀ ਬਰੀਕ ਜਿਹਾ ਅੰਤਰ ਹੈ ਕਿ ਅਸੀਂ ਰਿਸ਼ਤਿਆਂ ਦੇ ਵਿੱਚ ਰਹਿਣਾ ਵੀ ਹੈ, ਇੱਕ ਦੂਜੇ ਨੂੰ ਪਿਆਰ ਵੀ ਕਰਨਾ ਹੈ, ਪਰ ਉਹਨਾਂ ਦੇ ਖੁੱਸ ਜਾਣ 'ਤੇ ਸਾਨੂੰ ਦੁੱਖ ਵੀ ਨਹੀਂ ਹੋਣਾ ਚਾਹੀਦਾ। ਉਹ ਜੋ ਮੋਹ ਦਾ ਤੰਦ ਹੈ ਉਹ ਇਸ ਪ੍ਰਕਾਰ ਦਾ ਹੋਵੇ। ਅੱਗੇ ਚੱਲਦੇ ਹਾਂ। ਪੌੜੀ। ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਧਨ ਪਾਹੇ। ਕਿ ਹੇ ਮੇਰੇ ਮਨ, ਉਸ ਪਰਮਾਤਮਾ ਨੂੰ ਛੱਡ ਕੇ ਹੋਰ ਜਿਹੜੀ ਜਿਹੜੀ ਵੀ ਚੀਜ਼ ਦੇ ਵਿੱਚ ਤੂੰ ਆਪਣੇ ਆਪ ਨੂੰ ਮਸਤ ਕਰੇਂਗਾ, ਉੱਥੇ ਉੱਥੇ ਹੀ ਤੇਰੇ ਮਾਇਆ ਦੇ ਬੰਧਨ ਪੈਂਦੇ ਜਾਣਗੇ। ਤੇ ਜਦੋਂ ਉਹ ਬੰਧਨ ਪੈ ਗਿਆ ਤੇ ਫਿਰ ਉਹ ਚੀਜ਼ ਜਦੋਂ ਤੇਰੇ ਤੋਂ ਖੁੱਸੇਗੀ ਤਾਂ ਤੂੰ ਉਸ ਆਤਮਿਕ ਅਡੋਲਤਾ ਵਾਲੀ ਸਥਿਤੀ ਤੋਂ ਖਿਸਕੇਂਗਾ। ਇਸ ਵਰਤਾਰੇ ਨੂੰ ਟਾਲਣ ਦੇ ਲਈ ਜਿਹਬਿਤ ਕਤੂ ਨਾ ਛੂਟੀਐ ਸਾਕਤ ਤਿਉ ਕਮਾਹੀ। ਜਿਹੜੀਆਂ ਵਿਧੀਆਂ ਦੇ ਨਾਲ ਇਸ ਵਰਤਾਰੇ ਨੂੰ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ, ਪਰਮਾਤਮਾ ਨਾਲੋਂ ਟੁੱਟਿਆ ਹੋਇਆ ਇਨਸਾਨ ਉਹੀ ਵਿਧੀਆਂ ਕਰਦਾ ਹੈ। ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਸੰਪत्ति ਦੀ ਗੱਲ ਲੈ ਲਈਏ, ਸੰਪत्ति ਮਨੁੱਖ ਇਕੱਠੀ ਕਰਦਾ ਹੈ, ਉਹਦੇ ਨਾਲ ਮੋਹ ਦੇ ਵਿੱਚ ਪੈ ਜਾਂਦਾ ਹੈ, ਉੱਥੇ ਉਹ ਮਾਇਆ ਦਾ ਜੋ ਬੰਧਨ ਹੈ ਉਹ ਬਣ ਜਾਂਦਾ ਹੈ। ਤੇ ਉਹਨੂੰ ਪਤਾ ਹੈ ਕਿ ਜਦੋਂ ਇਹ ਬੰਧਨ ਟੁੱਟਿਆ, ਜਦੋਂ ਇਹ ਸੰਪत्ति ਖੁੱਸੀ ਤਾਂ ਦੁੱਖ ਹੋਏਗਾ। ਇਸ ਦੁੱਖ ਤੋਂ ਬਚਣ ਦੇ ਲਈ ਉਹ ਕੀ ਕਰਦਾ ਹੈ? ਹੋਰ ਜ਼ਿਆਦਾ ਸੰਪत्ति ਇਕੱਠੀ ਕਰਦਾ ਹੈ। ਉਹਨੂੰ ਲੱਗਦਾ ਹੈ ਕਿ ਜੇ ਬਹੁਤ ਸਾਰੀ ਹੋਏਗੀ, ਥੋੜੀ ਜਿਹੀ ਖੁੱਸ ਵੀ ਜਾਏਗੀ ਤਾਂ ਸ਼ਾਇਦ ਦੁੱਖ ਨਹੀਂ ਹੋਏਗਾ, ਪਰ ਇਸ ਗੱਲ ਤੋਂ ਅਣਜਾਣ ਰਹਿੰਦਾ ਹੈ ਕਿ ਜਿੰਨੀ ਜ਼ਿਆਦਾ ਇਕੱਠੀ ਕਰੀ ਜਾਂਦਾ ਹੈ ਉਹ ਬੰਧਨ ਉਨਾ ਹੀ ਮਜ਼ਬੂਤ ਹੁੰਦਾ ਜਾਂਦਾ ਹੈ। ਉਹ ਬੰਧਨ ਹੀ ਇਸ ਪ੍ਰਕਾਰ ਦਾ ਹੈ, ਜਦੋਂ ਖੁੱਸੇਗੀ ਤਾਂ ਦੁੱਖ ਹੋਏਗਾ ਹੀ ਹੋਏਗਾ, ਬੇਸ਼ੱਕ ਬਹੁਤ ਸਾਰੀ ਦੇ ਵਿੱਚੋਂ ਇੱਕ ਤਿਨਕਾ ਭਰ ਵੀ ਖੁੱਸ ਜਾਏ। ਜਾਂ ਫਿਰ ਹੋਰ ਕੀ ਕਰਦਾ ਹੈ? ਹਉ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ। ਜਾਂ ਉਹ ਕਰਮ ਰਤ ਬਣ ਜਾਂਦੇ ਨੇ, ਕਰਮ ਕਾਂਢੀ ਬਣ ਜਾਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਉਹ ਤੀਰਥਾਂ ਤੇ ਚਲੇ ਜਾਣ, ਕੋਈ ਦਾਨ ਪੁੰਨ ਕਰ ਦੇਣ, ਆਪਣੇ ਹੱਥੀਂ ਉਸ ਕਮਾਈ ਹੋਈ ਸੰਪत्ति ਦੇ ਵਿੱਚੋਂ ਕੁਝ ਦਾਨ ਕਰ ਦੇਣ। ਤੇ ਉਹਦੇ ਪਿੱਛੇ ਵੀ ਮਨਸ਼ਾ ਇਹ ਹੁੰਦੀ ਹੈ ਕਿ ਉਹ ਜਿੰਨੀ ਦਾਨ ਕਰਨਗੇ ਉਹਦੇ ਤੋਂ ਜ਼ਿਆਦਾ ਉਹਨਾਂ ਨੂੰ ਹੋਰ ਮਿਲ ਜਾਏਗੀ। ਦੂਜੀ ਗੱਲ, ਦਾਨ ਕੀਤੀ ਦਾ ਮਾਣ ਵੀ ਕਰਨਗੇ, ਅਖਬਾਰਾਂ ਦੇ ਵਿੱਚ ਫੋਟੋਆਂ ਕਢਵਾ ਦੇਣਗੇ ਕਿ ਅਸੀਂ ਅੱਜ ਇੰਨੇ ਗਰੀਬਾਂ ਨੂੰ ਆਹ ਚੀਜ਼ ਦਾਨ ਕਰ ਦਿੱਤੀ। ਉਸ ਸਭ ਕਾਸੇ ਨਾਲ ਆਪਣੀ ਹਉਮੈ ਨੂੰ ਬਲ ਦੇ ਰਹੇ ਹੁੰਦੇ ਨੇ। ਤੇ ਗੁਰੂ ਜੀ ਕਹਿੰਦੇ ਕਿ ਉਸ ਹਉਮੈ ਦਾ ਜੋ ਭਾਰ ਹੈ ਅਫਾਰ ਹੈ, ਨਾ ਝੱਲਿਆ ਜਾ ਸਕਣ ਵਾਲਾ ਹੈ। ਉਹ ਹਉਮੈ ਦਾ ਭਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ। ਸੋ ਦਾਨ ਪੁੰਨ ਦੇ ਕਰਮਾਂ ਦੇ ਵਿੱਚੋਂ ਖੱਟਿਆ ਕੀਤੇ ਇਸ ਕਰਕੇ ਸਨ ਕਿ ਮਾਇਆ ਦਾ ਜੋ ਬੰਧਨ ਹੈ ਉਹ ਥੋੜਾ ਕਮਜ਼ੋਰ ਹੋ ਜਾਏ। ਤੇ ਨਤੀਜਾ ਕੀ ਨਿਕਲਿਆ? ਉਹ ਬੰਧਨ ਕਮਜ਼ੋਰ ਤੇ ਨਹੀਂ ਹੋਇਆ, ਬਲਕਿ ਹਉਮੈ ਦਾ ਭਾਰ ਹੋਰ ਵੱਧ ਗਿਆ। ਕਿਉਂਕਿ ਉਸ ਦਾਨ ਪੁੰਨ ਦੇ ਕਰਨ ਦੇ ਪਿੱਛੇ ਕਾਰਨ ਹੋਰ ਸੀ। ਉਸ ਦਾਨ ਪੁੰਨ ਨੂੰ ਕਰਨ ਦੇ ਪਿੱਛੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ਿਆ ਹੋਇਆ ਵੰਡ ਛਕੋ ਦਾ ਸਿਧਾਂਤ ਨਹੀਂ ਸੀ। ਜੇਕਰ ਤੁਸੀਂ ਵੰਡ ਛਕੋ ਦੇ ਸਿਧਾਂਤ ਦੇ ਤਹਿਤ ਦਾਨ ਪੁੰਨ ਕਰਦੇ ਹੋ ਤਾਂ ਹਉਮੈ ਦਾ ਭਾਰ ਬਿਲਕੁਲ ਵੀ ਨਹੀਂ ਚੜ੍ਹਦਾ। ਪ੍ਰੀਤ ਨਹੀਂ ਜੋ ਨਾਮ ਸਿਓ ਤਉ ਏਉ ਕਰਮ ਵਿਕਾਰ। ਇਹ ਦਾਨ ਪੁੰਨ ਦੇ ਕਾਰਜ ਗੁਰੂ ਜੀ ਕਹਿੰਦੇ ਕਿ ਵਿਕਾਰ ਬਣ ਜਾਂਦੇ ਨੇ ਜਦੋਂ ਤੁਹਾਡੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਨਾ ਜੁੜੀ ਹੋਵੇ, ਜਦੋਂ ਚੇਤੇ ਦੇ ਵਿੱਚ ਪਰਮਾਤਮਾ ਨਾ ਹੋਵੇ, ਤਾਂ ਕੀਤੇ ਹੋਏ ਦਾਨ ਪੁੰਨ ਵੀ ਵਿਕਾਰੀ ਰੂਪ ਧਾਰਨ ਕਰਕੇ ਤੁਹਾਡੀ ਹਉਮੈ ਨੂੰ ਬਲ ਦੇ ਦਿੰਦੇ ਹਨ। ਬਾਧੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ। ਮਿੱਠੀ ਲੱਗਣ ਵਾਲੀ ਮਾਇਆ ਦੇ ਰੰਗ ਤਮਾਸ਼ਿਆਂ ਨੇ ਜੀਵਾਂ ਨੂੰ
ਜਮਾਂ ਦੀ ਜੇਵਰੀ ਜਮਾਂ ਦੀ ਰੱਸੀ ਦੇ ਵਿੱਚ ਬੰਨਿਆ ਹੋਇਆ ਹੈ। ਭਰਮ ਕੇ ਮੋਹੇ ਨਹਿ ਬੂਝੈ ਸੋ ਪ੍ਰਭ ਸਦਹੂ ਸੰਗ। ਭਰਮ ਦੇ ਵਿੱਚ ਫਸਿਆ ਹੋਇਆਂ ਨੂੰ, ਭਟਕਣਾ ਦੇ ਵਿੱਚ ਫਸਿਆ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਪ੍ਰਮਾਤਮਾ ਜਿਸ ਦਾ ਬਖਸ਼ਿਆ ਹੋਇਆ ਸਭ ਕੁਝ ਅਸੀਂ ਹੰਢਾ ਰਹੇ ਹਾਂ, ਉਹ ਸਦਾ ਸਾਡੇ ਨਾਲ ਹੈ। ਉਹਦੇ ਤੋਂ ਅਸੀਂ ਕੁਝ ਵੀ ਲੁਕੋ ਨਹੀਂ ਸਕਦੇ। ਜਦੋਂ ਅਸੀਂ ਲੁਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ, ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਜੋੜਦੇ, ਉਸ ਪ੍ਰਮਾਤਮਾ ਨੂੰ ਛੱਡ ਕੇ ਦੂਜੀਆਂ ਵਸਤਾਂ ਦੇ ਨਾਲ ਆਪਣਾ ਮੋਹ ਜੋੜਦੇ ਹਾਂ, ਮਾਇਆ ਦੇ ਬੰਧਨਾਂ ਦੇ ਵਿੱਚ ਫਸੇ ਰਹਿੰਦੇ ਹਾਂ, ਤਾਂ ਲੇਖਾ ਗਣਤ ਨਾ ਛੁੱਟੀਐ ਕਾਚੀ ਭੀਤ ਨਾ ਸ਼ੁੱਧ। ਕਹਿੰਦੇ ਜਿਵੇਂ ਗਾਰੇ ਦੀ ਕੰਧ, ਕਾਚੀ ਭੀਤ ਤੋਂ ਭਾਵ ਕੱਚੀ ਕੰਧ ਨੂੰ ਜੇ ਅਸੀਂ ਪਾਣੀ ਦੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਫ਼ ਨਹੀਂ ਹੁੰਦੀ, ਬਲਕਿ ਹੋਰ ਗਾਰਾ ਹੀ ਗਾਰਾ ਬਣਦਾ ਜਾਂਦਾ ਹੈ। ਉਸੇ ਪ੍ਰਕਾਰ ਹੀ ਜੇ ਸਾਡੇ ਲੇਖਿਆਂ ਦਾ, ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਕੀਤਾ ਜਾਵੇ ਤਾਂ ਸਾਡੀ ਰਿਹਾਈ ਨਹੀਂ ਹੋ ਸਕਦੀ। ਅਸੀਂ ਕਰਮ ਹੀ ਇੱਦਾਂ ਦੇ ਕਰ ਰੱਖੇ ਨੇ ਕਿ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਫਸੇ ਹੀ ਰਹਾਂਗੇ। ਇਸ ਪ੍ਰਕਾਰ ਦੇ ਕਰਮ ਮਨੁੱਖ ਆਪਣੇ ਜੀਵਨ ਦੇ ਵਿੱਚ ਕਰਦਾ ਹੈ ਕਿ ਦਾਨ ਪੁੰਨ ਕੀਤਿਆਂ ਵੀ ਉਹਨਾਂ ਕਰਮਾਂ ਦੇ ਪ੍ਰਭਾਵਾਂ ਤੋਂ ਤੁਸੀਂ ਰਿਹਾਈ ਹਾਸਲ ਨਹੀਂ ਕਰ ਸਕਦੇ। ਤੇ ਅਖੀਰਲੀ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਜਿਸੇ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ। ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਹ ਨਾਨਕ, ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਸੂਝ ਬਖਸ਼ਦਾ ਹੈ, ਉਹ ਗੁਰਮੁਖ ਬਣ ਕੇ ਆਪਣੀ ਬੁੱਧੀ ਨੂੰ ਆਪ ਹੀ ਪਵਿੱਤਰ ਕਰ ਲੈਂਦਾ ਹੈ। ਗੁਰਮੁਖ ਬਣਨ ਦੀ ਪ੍ਰੇਰਨਾ ਉਸੇ ਨੂੰ ਹੀ ਆਉਂਦੀ ਹੈ ਜਿਹਨੂੰ ਉਹ ਪ੍ਰਮਾਤਮਾ ਬਖਸ਼ਦਾ ਹੈ। ਸ਼ਲੋਕ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਹੈ ਨਾਨਕ ਗੂੜਾ ਰੰਗ। ਪਿਛਲੇ ਸ਼ਲੋਕ ਦੇ ਵਿੱਚ ਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਸੀ ਜੋ ਇਸਤਰੀ ਆਦਿਕ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਰਹਿੰਦੇ ਨੇ, ਤੇ ਕਿਹਾ ਸੀ ਕਿ ਇਹਨਾਂ ਰੰਗ ਤਮਾਸ਼ਿਆਂ ਦਾ ਜੋ ਰੰਗ ਹੈ ਉਹ ਫਿੱਕਾ ਹੁੰਦਾ ਹੈ, ਕੁਝ ਦਿਨਾਂ ਦੀ ਖੇਡ ਹੁੰਦੀ ਹੈ। ਤੇ ਇਸ ਵਾਲੇ ਸ਼ਲੋਕ ਦੇ ਵਿੱਚ ਕਹਿੰਦੇ ਕਿ ਜਿਨ੍ਹਾਂ ਮਨੁੱਖਾਂ ਦੇ ਉਹ ਵਾਲੇ ਬੰਧਨ ਟੁੱਟ ਗਏ, ਉਹਨਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦਾ ਸਾਥ ਮਿਲ ਜਾਂਦਾ ਹੈ, ਤੇ ਗੁਰੂ ਦੇ ਲੜ ਲੱਗ ਕੇ ਉਹ ਆਪਣੇ ਮਨ ਨੂੰ ਉਸ ਇੱਕ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗ ਲੈਂਦੇ ਨੇ। ਉਹ ਰੰਗ ਬੜਾ ਹੀ ਗੂੜਾ ਹੈ, ਉਹ ਕਦੇ ਨਹੀਂ ਉਤਰਦਾ। ਪੌੜੀ। ਰਾਰਾ ਰੰਗੋ ਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਆਪਣੀ ਰਸਨਾ ਦੇ ਨਾਲ, ਆਪਣੀ ਜੀਵ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਸਦਾ ਜਪਦੇ ਰਹੋ, ਤੇ ਇਸ ਪ੍ਰਕਾਰ ਆਪਣੇ ਮਨ ਨੂੰ ਉਸ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੋ। ਜਦੋਂ ਤੁਸੀਂ ਅਜਿਹਾ ਕਰ ਲਿਆ ਤਾਂ ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਪ੍ਰਮਾਤਮਾ ਦੀ ਦਰਗਾਹ ਤੇ ਤੁਹਾਨੂੰ ਕੋਈ ਓਏ ਓਏ ਨਹੀਂ ਕਹੇਗਾ, ਕੋਈ ਤੁਹਾਡਾ ਅਨਾਦਰ ਨਹੀਂ ਕਰੇਗਾ, ਬਲਕਿ ਸਾਰੇ ਤੁਹਾਡਾ ਚੰਗਾ ਆਦਰ ਕਰਨਗੇ, ਤੁਹਾਨੂੰ ਆਓ ਬੈਠ ਆਖਣਗੇ। ਉਆ ਮਹਿਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਉਹਨਾਂ ਦੇ ਮਹਿਲਾਂ ਦੇ ਵਿੱਚ ਤੁਸੀਂ ਵਾਸ ਪ੍ਰਾਪਤ ਕਰ ਲਵੋਗੇ। ਜਨਮ ਮਰਨ ਦਾ ਗੇੜ ਤੁਹਾਡਾ ਖਤਮ ਹੋ ਜਾਏਗਾ ਤੇ ਆਤਮਿਕ ਮੌਤ ਦਾ ਡਰ ਵੀ ਬਿਨਸ ਜਾਏਗਾ। ਮਸਤਕ ਕਰਮ ਲਿਖਿਓ ਧੁਰ ਜਾਕੈ, ਹਰ ਸੰਪੈ ਨਾਨਕ ਘਰ ਤਾਕੈ। ਪਰ ਗੁਰੂ ਜੀ ਕਹਿੰਦੇ ਜਿਹਦੇ ਮੱਥਿਆਂ ਦੇ ਉੱਪਰ ਧੁਰੋਂ ਹੀ ਉਸ ਪ੍ਰਮਾਤਮਾ ਨੇ ਅਜਿਹੇ ਕਰਮ ਲਿਖੇ ਹੋਣ, ਅਜਿਹੇ ਲੇਖ ਲਿਖੇ ਹੋਣ, ਉਹੀ ਉਸ ਪ੍ਰਮਾਤਮਾ ਦੇ ਨਾਲ ਜੁੜਦੇ ਨੇ, ਉਹੀ ਆਪਣੇ ਹਿਰਦੇ ਘਰ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਰੂਪੀ ਸੰਪત્ਤੀ ਨੂੰ ਇਕੱਠੀ ਕਰਦੇ ਨੇ। ਜਿਨ੍ਹਾਂ ਦੇ ਮੱਥਿਆਂ 'ਤੇ ਅਜਿਹੇ ਲੇਖ ਨਹੀਂ ਹੁੰਦੇ, ਉਹ ਨਹੀਂ ਕਰ ਪਾਉਂਦੇ। ਉਹਨਾਂ ਨੂੰ ਲੱਖ ਪ੍ਰੇਰ ਲਈਏ, ਉਹ ਪ੍ਰਮਾਤਮਾ ਦੇ ਰਾਹ 'ਤੇ ਨਹੀਂ ਚੱਲਦੇ, ਕਿਉਂਕਿ
ਉਹਨਾਂ ਦੇ ਅੰਦਰ ਉਸ ਪ੍ਰਮਾਤਮਾ ਨੇ ਉਹ ਪ੍ਰੇਰਨਾ ਪੈਦਾ ਹੀ ਨਹੀਂ ਕੀਤੀ, ਉਸ ਪ੍ਰੇਰਨਾ ਦਾ ਬੀਜ ਬੋਇਆ ਹੀ ਨਹੀਂ। ਤੇ ਜਿਸ ਦਿਨ ਬੋ ਦਿੱਤਾ ਉਦਣ ਤੁਹਾਨੂੰ ਕਿਸੇ ਨੂੰ ਪ੍ਰੇਰਿਤ ਕਰਨ ਦੀ ਲੋੜ ਨਹੀਂ ਪਏਗੀ, ਉਹ ਆਪਣੇ ਆਪ ਹੀ ਪ੍ਰਮਾਤਮਾ ਦੇ ਰਾਹ 'ਤੇ ਚੱਲ ਪਏਗਾ। ਸ਼ਲੋਕ। ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ। ਹੇ ਨਾਨਕ, ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਫਸ ਜਾਂਦੇ ਹਨ, ਉਹਨਾਂ ਗਿਆਨਹੀਨ ਮੂਰਖਾਂ ਦੇ ਉੱਪਰ ਲਾਲਚ, ਝੂਠ, ਵਿਕਾਰ ਤੇ ਮੋਹ ਆਦਿਕ ਆਪਣਾ ਜ਼ੋਰ ਪਾ ਲੈਂਦੇ ਨੇ। ਉਹਨਾਂ ਮਨੁੱਖਾਂ ਨੂੰ ਇਹ ਸਾਰੇ ਹੀ ਵਿਕਾਰ ਵਿਆਪ ਜਾਂਦੇ ਨੇ। ਇਹਨਾਂ ਵਿਕਾਰਾਂ ਦੇ ਪ੍ਰਭਾਵ ਅਧੀਨ ਹੋ ਕੇ ਉਹ ਦੁਰਗੰਧ ਸਿਓ ਲੱਗ ਜਾਂਦੇ ਨੇ, ਭਾਵ ਕਿ ਮਾੜੇ ਕਰਮਾਂ ਦੇ ਵਿੱਚ ਪੈ ਜਾਂਦੇ ਨੇ। ਪੌੜੀ। ਲੱਲਾ ਲਪਟ ਵਿਖੈ ਰਸ ਰਾਤੇ, ਅਹੰ ਬੁੱਧ ਮਾਇਆ ਮਦ ਮਾਤੇ। ਜਿਹੜੇ ਮਾਇਆ ਮਦ ਦੇ ਵਿੱਚ ਮਾਤੇ ਰਹਿੰਦੇ ਹਨ, ਭਾਵ ਕਿ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਰਹਿੰਦੇ ਹਨ, ਉਹਨਾਂ ਦੀ ਬੁੱਧੀ ਹੰਕਾਰ ਵਾਲੀ ਹੋ ਜਾਂਦੀ ਹੈ, ਉਹ ਅਹੰ ਬੁੱਧ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਮੈਂ ਆ ਜਾਂਦੀ ਹੈ। ਉਹਨਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਹਨਾਂ ਤੋਂ ਉੱਚਾ ਤੇ ਕੋਈ ਹੈ ਹੀ ਨਹੀਂ। ਅਜਿਹੇ ਮਨੁੱਖ ਵਿਸ਼ੇ ਵਿਕਾਰਾਂ ਦੇ ਰਸ ਦੇ ਵਿੱਚ ਰੰਗੇ ਰਹਿੰਦੇ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਲਿਪਟੇ ਰਹਿੰਦੇ ਨੇ। ਇਆ ਮਾਇਆ ਮਹਿ ਜਨਮੈ ਮਰਨਾ। ਇਹ ਮਾਇਆ ਦਾ ਖੇਡ ਅਜਿਹਾ ਹੈ, ਜੇਕਰ ਅਸੀਂ ਮਾਇਆ ਦੇ ਨਾਲ ਹੀ ਪ੍ਰੇਮ ਪਾਈ ਰੱਖਿਆ ਤਾਂ ਅਸੀਂ ਜਨਮ ਮਰਨ ਦੇ ਬੰਧਨ ਤੋਂ ਕਦੇ ਛੁਟਕਾਰਾ ਪਾ ਹੀ ਨਹੀਂ ਸਕਦੇ। ਇਹ ਮਾਇਆ ਸਾਨੂੰ ਪਲ ਪਲ ਦੁਖੀ ਤੇ ਪਲ ਪਲ ਖੁਸ਼ ਕਰਦੀ ਹੈ। ਜਦੋਂ ਖੁਸ਼ ਹਾਂ ਜਨਮੇ ਹਾਂ, ਦੁਖੀ ਹਾਂ ਤੇ ਮਰੇ ਹਾਂ। ਇੱਕ ਦਿਨ ਦੇ ਵਿੱਚ ਵੀ ਵਾਰ-ਵਾਰ ਅਸੀਂ ਜਨਮਦੇ ਤੇ ਮਰਦੇ ਰਹਿੰਦੇ ਹਾਂ, ਜਦ ਤੱਕ ਅਸੀਂ ਮਾਇਆ ਦੇ ਨਾਲ ਜੁੜੇ ਹੋਏ ਹਾਂ। ਪਰ ਸਾਡੇ ਸਭਨਾਂ ਦੇ ਵਿੱਚੋਂ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ। ਜਿਉ ਜਿਉ ਹੁਕਮ ਤਿਵੈ ਤਿਉ ਕਰਨਾ। ਜਿਵੇਂ ਜਿਵੇਂ ਜਿਸ ਜਿਸ ਜੀਵ ਨੂੰ ਉਸ ਪ੍ਰਮਾਤਮਾ ਨੇ ਹੁਕਮ ਕੀਤਾ ਹੈ, ਉਹ ਜੀਵ ਉਵੇਂ ਉਵੇਂ ਹੀ ਕਰਦਾ ਹੈ। ਕਿਸੇ ਨੂੰ ਉਹਨੇ ਆਪਣੇ ਨਾਲ ਜੋੜਿਆ ਹੈ, ਕਿਸੇ ਨੂੰ ਮਾਇਆ ਨਾਲ ਜੋੜ ਦਿੱਤਾ ਹੈ। ਕੋਊ ਊਨ ਨਾ ਕੋਊ ਪੂਰਾ, ਕੋਊ ਸੁਗਰ ਨਾ ਕੋਊ ਮੂਰਾ। ਉਸ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਨਾ ਤੇ ਕੋਈ ਊਣਾ ਹੈ, ਨਾ ਕੋਈ ਪੂਰਾ ਹੈ, ਨਾ ਕੋਈ ਸਿਆਣਾ ਹੈ ਤੇ ਨਾ ਕੋਈ ਮੂੜਾ ਹੈ, ਮੂਰਖ ਹੈ। ਅਸੀਂ ਜੋ ਕੁਝ ਵੀ ਹਾਂ, ਬੇਸ਼ੱਕ ਸੰਪੂਰਨ ਹਾਂ, ਬੇਸ਼ੱਕ ਊਣੇ ਹਾਂ, ਸਿਆਣੇ ਹਾਂ ਜਾਂ ਮੂਰਖ ਹਾਂ, ਉਸ ਪ੍ਰਮਾਤਮਾ ਦੀ ਮਰਜ਼ੀ ਦੇ ਵਿੱਚ ਹਾਂ। ਉਸ ਪ੍ਰਮਾਤਮਾ ਨੇ ਜਿੱਤ ਜਿੱਤ ਲਾਵੋ ਤਿਤ ਤਿਤ ਲੱਗਣਾ। ਜਿੱਥੇ ਜਿੱਥੇ ਜਿਹੜੇ ਜਿਹੜੇ ਜੀਵ ਨੂੰ ਲਾਇਆ ਹੋਇਆ ਹੈ, ਉੱਥੇ ਉੱਥੇ ਹੀ ਉਹ ਜੀਵ ਲੱਗਿਆ ਹੋਇਆ ਹੈ। ਨਾਨਕ ਠਾਕੁਰ ਸਦਾ ਅਲਿਪਨਾ। ਪਰ ਉਹ ਖੁਦ ਸਦਾ ਹੀ ਮਾਇਆ ਦੇ ਪ੍ਰਭਾਵ ਤੋਂ ਅਲਿਪਤ ਰਹਿੰਦਾ ਹੈ। ਸਾਰੇ ਜੀਵਾਂ ਦੇ ਵਿੱਚ ਮੌਜੂਦ ਹੈ। ਕਈਆਂ ਜੀਵਾਂ ਨੂੰ ਤਾਂ ਇਸ ਨੇ ਆਪਣੇ ਆਪ ਨਾਲ ਜੋੜਿਆ ਹੋਇਆ ਹੈ, ਪਰ ਬਥੇਰਿਆਂ ਨੂੰ ਮਾਇਆ ਦੇ ਨਾਲ ਜੋੜਿਆ ਹੋਇਆ ਹੈ। ਭਾਵ ਕਿ ਜਿਹੜੇ ਜੀਵ ਮਾਇਆ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਉਹ ਪ੍ਰਮਾਤਮਾ ਵੀ ਮੌਜੂਦ ਹੈ। ਉਹ ਜੀਵ ਮਾਇਆ ਨਾਲ ਜੁੜਿਆ, ਪਰ ਉਹ ਪ੍ਰਮਾਤਮਾ ਉਸ ਮਾਇਆ ਦੇ ਪ੍ਰਭਾਵ ਤੋਂ ਅਲਿਪਤ ਹੈ ਤੇ ਸਦਾ ਹੀ ਅਲਿਪਤ ਰਹਿੰਦਾ ਹੈ। ਨਾਨਕ ਠਾਕੁਰ ਸਦਾ ਅਲਿਪਨਾ। ਸ਼ਲੋਕ। ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਗੰਭੀਰ ਅਥਾ, ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ। ਇਸ ਸ਼ਲੋਕ ਦੇ ਵਿੱਚ ਤੇ ਇਸ ਤੋਂ ਅੱਗੇ ਆਉਣ ਵਾਲੀ ਪੌੜੀ ਦੇ ਵਿੱਚ ਗੁਰੂ ਜੀ ਨੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਕਹਿੰਦੇ ਨੇ ਕਿ ਉਹ ਪ੍ਰਮਾਤਮਾ ਸਭਨਾਂ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਬੜਾ ਹੀ ਅਥਾਹ ਹੈ। ਕਿਸੇ ਪ੍ਰਕਾਰ ਦੀ ਚਿੰਤਾ ਫਿਕਰ ਉਹਨੂੰ ਨਹੀਂ ਵਿਆਪਦੇ, ਉਹ ਬੇਪਰਵਾਹ ਹੈ ਤੇ ਉਹਦੇ ਵਰਗਾ ਦੂਜਾ ਹੋਰ ਕੋਈ ਵੀ ਨਹੀਂ ਹੈ। ਪੌੜੀ। ਲੱਲਾ ਤਾਕੈ ਲਵੈ ਨਾ ਕੋ। ਉਹਦੇ ਲਵੇ ਕੋਈ ਵੀ ਨਹੀਂ, ਉਹਦੇ ਬਰਾਬਰ ਦੀ ਹਸਤੀ ਵਾਲਾ ਜਾਂ ਉਹਦੇ ਨੇੜੇ ਤੇੜੇ ਦੀ ਹਸਤੀ ਵਾਲਾ ਵੀ ਕੋਈ ਦੂਜਾ ਨਹੀਂ ਹੈ।
ਏਕੈ ਆਪ ਅਵਰ ਨਹਿ ਹੋ। ਆਪਣੇ ਬਰਾਬਰ ਦੀ ਹਸਤੀ ਵਾਲਾ ਉਹ ਆਪ ਹੀ ਹੈ, ਉਹ ਇੱਕ ਹੀ ਹੈ, ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਨਹੀਂ। ਹੋਵਨ ਹਾਰ ਹੋਤ ਸਦ ਆਇਆ, ਊਆ ਕਾ ਅੰਤ ਨਾ ਕਾਹੂ ਪਾਇਆ। ਗੁਰੂ ਜੀ ਕਹਿੰਦੇ ਕਿ ਸਦਾ ਤੋਂ ਹੀ ਇਹ ਪ੍ਰਮਾਤਮਾ ਹੋਂਦ ਦੇ ਵਿੱਚ ਹੈ। ਹੋਵਨਹਾਰ ਪ੍ਰਮਾਤਮਾ ਸਦਾ ਤੋਂ ਹੀ ਹੋਂਦ ਵਿੱਚ ਰਿਹਾ ਹੈ। ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਕਿ ਉਹ ਕਿੱਥੋਂ ਬਣਿਆ, ਕਿਵੇਂ ਬਣਿਆ। ਕੀਟ ਹਸਤ ਮਹਿ ਪੂਰ ਸਮਾਨੇ, ਪ੍ਰਗਟ ਪੁਰਖ ਸਭ ਠਾਊ ਜਾਣੇ। ਕੀਟ ਤੋਂ ਭਾਵ ਕੀੜੀ, ਹਸਤ ਤੋਂ ਭਾਵ ਹਾਥੀ। ਕਹਿੰਦੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਭਨਾਂ ਦੇ ਵਿੱਚ ਸੰਪੂਰਨ ਤੌਰ ਤੇ ਪ੍ਰਮਾਤਮਾ ਸਮਾਇਆ ਹੋਇਆ ਹੈ। ਜੋ ਪ੍ਰਮਾਤਮਾ ਦੇ ਸੇਵਕ ਨੇ ਉਹਨਾਂ ਨੂੰ ਉਹ ਪ੍ਰਮਾਤਮਾ ਸਭ ਥਾਂ ਪ੍ਰਤੱਖ ਦਿਖ ਰਿਹਾ ਹੈ। ਉਹ ਹਰ ਥਾਂ ਉਸ ਪ੍ਰਮਾਤਮਾ ਨੂੰ ਵੇਖ ਪਾਉਂਦੇ ਨੇ। ਜਾ ਕਉ ਦੀਨੋ ਹਰ ਰਸ ਆਪਣਾ, ਨਾਨਕ ਗੁਰਮੁਖ ਹਰ ਹਰ ਤਿਹ ਜਪਨਾ। ਜਿਸ ਬੰਦੇ ਨੂੰ ਵੀ ਉਸ ਪ੍ਰਮਾਤਮਾ ਨੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਹੈ, ਉਹ ਬੰਦਾ ਗੁਰੂ ਦੀ ਸ਼ਰਨ ਪੈ ਕੇ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਸ਼ਲੋਕ। ਆਤਮ ਰਸ ਜਿਹ ਜਾਣਿਆ, ਹਰ ਰੰਗ ਸਹਿਜੇ ਮਾਣ। ਨਾਨਕ ਧਨ ਧਨ ਧਨ, ਜਨ ਆਏ ਤੇ ਪ੍ਰਵਾਨ। ਜਿਸ ਮਨੁੱਖ ਨੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਉਸ ਪ੍ਰਮਾਤਮਾ ਦੀ ਯਾਦ ਦਾ ਸਵਾਦ ਮਾਣ ਲਿਆ, ਹਰ ਰੰਗ ਨੂੰ ਮਾਣ ਲਿਆ, ਉਹ ਭਾਗਾਂ ਵਾਲੇ ਨੇ, ਉਹ ਧਨ ਧਨ ਨੇ। ਗੁਰੂ ਜੀ ਕਹਿੰਦੇ ਉਹਨਾਂ ਦਾ ਜਗਤ ਦੇ ਵਿੱਚ ਆਉਣਾ ਸਫਲ ਹੋਇਆ ਸਮਝੋ। ਪੌੜੀ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਜਿਸ ਮਨੁੱਖ ਦੀ ਜੀਵ ਸਦਾ ਉਸ ਪ੍ਰਮਾਤਮਾ ਦਾ ਜਸ ਗਾਉਂਦੀ ਹੈ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੀ ਹੈ, ਗੁਰੂ ਜੀ ਕਹਿੰਦੇ ਇਸ ਜਗਤ ਦੇ ਵਿੱਚ ਆਉਣਾ ਉਸੇ ਦਾ ਹੀ ਸਫਲ ਹੋਇਆ ਸਮਝੋ। ਆਏ ਵਸੈ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵੈ ਰੰਗੇ। ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਮਨੁੱਖ ਜਿਹੜੇ ਸਦਾ ਹੀ ਹਰ ਰੋਜ਼ ਹੀ ਉਸ ਪ੍ਰਮਾਤਮਾ ਦਾ ਨਾਮ ਧਿਆਉਂਦੇ ਰਹਿੰਦੇ ਨੇ, ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਟਿਕਦੇ ਨੇ। ਗੁਰੂ ਦੀ ਹਜ਼ੂਰੀ ਦੇ ਵਿੱਚ ਟਿਕ ਕੇ ਉਸ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ। ਆਵਤ ਸੋ ਜਨ ਨਾਮੈ ਰਾਤਾ, ਜਾ ਕੋ ਦਇਆ ਮਇਆ ਵਿਦਾਤਾ। ਜਿਸ ਮਨੁੱਖ ਉੱਤੇ ਸਿਰਜਣਹਾਰ ਪ੍ਰਮਾਤਮਾ ਦੀ ਮਿਹਰ ਹੋਈ, ਕਿਰਪਾ ਹੋਈ, ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਸਤ ਰਹਿੰਦਾ ਹੈ ਤੇ ਉਹੀ ਇਸ ਜਗਤ ਦੇ ਵਿੱਚ ਆਇਆ ਸਮਝੋ। ਇੱਕ ਆਮ ਇਨਸਾਨ ਸਰੀਰਕ ਤੌਰ ਤੇ ਇਸ ਜਗਤ ਦੇ ਵਿੱਚ ਜਨਮ ਤਾਂ ਲੈ ਲੈਂਦਾ ਹੈ, ਪਰ ਜਦ ਤੱਕ ਉਹਦੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪੈਂਦੀ, ਇਸ ਜਗਤ ਦੀ ਅਸਲੀ ਖੂਬਸੂਰਤੀ ਨੂੰ ਉਦੋਂ ਤੱਕ ਉਹ ਮਾਣ ਹੀ ਨਹੀਂ ਸਕਦਾ। ਤਾਂ ਉਹਦਾ ਜਗਤ ਦੇ ਵਿੱਚ ਆਇਆ ਵੀ ਨਾ ਆਇਆ ਵਰਗਾ ਹੀ ਰਹਿ ਜਾਂਦਾ ਹੈ। ਏਕੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਜੋ ਮਨੁੱਖ ਪ੍ਰਮਾਤਮਾ ਦੇ ਦੀਦਾਰ ਵਿੱਚ ਲੀਨ ਰਹਿੰਦਾ ਹੈ, ਉਹਦਾ ਜਨਮ ਇਸ ਜਗਤ ਦੇ ਇੱਕ ਵਾਰ ਹੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 252ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਵੀ ਪੜ੍ਹੀ, ਉਸ ਇਨਸਾਨ ਦੇ ਬਾਰੇ 'ਚ ਵੀ ਪੜ੍ਹਿਆ ਜੋ ਸਦਾ ਹੀ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਸਤ ਰਹਿੰਦਾ ਹੈ, ਉਹਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਉਹਨਾਂ ਇਨਸਾਨਾਂ ਦੇ ਬਾਰੇ ਵੀ ਪੜ੍ਹਿਆ ਜਿਹੜੇ ਮਾਇਆ ਦੇ ਫਿੱਕੇ ਰੰਗ ਦੇ ਵਿੱਚ ਆਪਣੇ ਜੀਵਨ ਨੂੰ ਰੰਗ ਲੈਂਦੇ ਨੇ ਤੇ ਕੁਝ ਕੁ ਦਿਨਾਂ ਦੇ ਵਿੱਚ ਉਹ ਰੰਗ ਲੈ ਜਾਂਦਾ ਹੈ, ਤਾਂ ਮਨ ਦੀ ਜੋ ਖੁਸ਼ੀ ਹੈ ਉਹ ਘਟ ਜਾਂਦੀ ਹੈ, ਜੇ ਖਤਮ ਨਹੀਂ ਵੀ ਹੁੰਦੀ ਤਾਂ। ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੇ ਪ੍ਰੇਰਿਆਂ ਕੋਈ ਵੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪਾ ਪਾਉਂਦਾ ਜਾਂ ਉਸ ਪ੍ਰਮਾਤਮਾ ਦੇ ਰਸਤੇ ਤੇ ਨਹੀਂ ਚੱਲ ਪਾਉਂਦਾ। ਇਹ ਪ੍ਰੇਰਣਾ ਮਨੁੱਖ ਦੇ ਅੰਦਰੋਂ ਪੈਦਾ ਹੁੰਦੀ ਹੈ ਤੇ ਇਹਨੂੰ ਪੈਦਾ ਕਰਨ ਵਾਲਾ ਖੁਦ ਉਹ ਪ੍ਰਮਾਤਮਾ ਹੈ।
ਆਓ ਉਸ ਪ੍ਰਮਾਤਮਾ ਤੇ ਟੇਕ ਰੱਖੀਏ, ਜਿੰਨਾ ਹੋ ਸਕੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਆਪਣੀ ਜ਼ਿੰਦਗੀ ਦੇ ਵਿੱਚ ਘਟਣ ਵਾਲੀਆਂ ਘਟਨਾਵਾਂ ਨੂੰ, ਵਰਤਾਰਿਆਂ ਨੂੰ ਆਪਣੇ ਆਪ ਨਾਲ ਨਾ ਜੋੜ ਕੇ ਉਸ ਪ੍ਰਮਾਤਮਾ ਦੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰੀਏ, ਉਹਦੀ ਮਰਜ਼ੀ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।